ਠੀਕ ਹੈ, ਆਓ ਆਪਾਂ ਇਸ ਵਿੱਚ ਡੂੰਘਾਈ ਨਾਲ ਜਾਈਏ। ਅੱਜ ਦਾ ਇਹ ਵਿਸ਼ਲੇਸ਼ਣ ਸਿਰਫ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਕੋਈ ਆਮ ਕਹਾਣੀ ਨਹੀਂ ਹੈ। ਅਸਲ ਵਿੱਚ ਇਹ ਮਨੁੱਖੀ ਹੰਕਾਰ ਅਤੇ ਸੱਚੇ ਗਿਆਨ ਦੇ ਆਪਸੀ ਟਕਰਾਓ ਦਾ ਇੱਕ ਬਹੁਤ ਹੀ ਡੂੰਘਾ ਮਨੋਵਿਗਿਆਨਕ ਸਬਕ ਹੈ। ਇਹ ਪੂਰੀ ਚਰਚਾ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਇੱਕ ਬਹੁਤ ਹੀ ਹੰਕਾਰੀ ਪੰਡਿਤ ਦੇ ਵਿਚਕਾਰ ਹੋਈ ਗੱਲਬਾਤ ਤੇ ਆਧਾਰਿਤ ਹੈ। ਅਤੇ ਸੱਚ ਜਾਣਿਓ, ਇਹ ਸਾਡੇ ਮਨ ਦੀਆਂ ਪਰਤਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਖੋਲਦੀ ਹੈ ਕਿ ਅਸਲ ਗਿਆਨ ਦੇ ਮਾਇਨੇ ਹੀ ਬਦਲ ਜਾਂਦੇ ਹਨ। ਸੋ ਇੱਥੇ ਇੱਕ ਬਹੁਤ ਹੀ ਵੱਡਾ ਅਤੇ ਅਹਿਮ ਸਵਾਲ ਖੜਾ ਹੁੰਦਾ ਹੈ। ਜਦੋਂ ਅਥਾਹ ਹੰਕਾਰ ਦਾ ਸਿੱਧਾ ਟਾਕਰਾ ਸੱਚੇ ਗਿਆਨ ਨਾਲ ਹੁੰਦਾ ਹੈ ਤਾਂ ਆਖਿਰ ਜਿੱਤ ਕਿਸ ਦੀ ਹੁੰਦੀ ਹੈ? ਇਹ ਕੋਈ ਮਾਮੂਲੀ ਸਵਾਲ ਨਹੀਂ ਹੈ। ਇਹ ਸਾਨੂੰ ਸੱਚਮੁੱਚ ਰੁਕ ਕੇ ਸੋਚਣ ਲਈ ਮਜਬੂਰ ਕਰਦਾ ਹੈ। ਇਹ ਸਿਰਫ ਕਿਤਾਬੀ ਗੱਲ ਨਹੀਂ, ਬਲਕਿ ਅੱਜ ਦੀ ਸਾਡੀ ਇਸ ਚਰਚਾ ਦਾ ਮੁੱਖ ਧੁਰਾ ਹੈ। ਆਓ ਵੇਖਦੇ ਹਾਂ ਕਿ ਇਸ ਦਾ ਜਵਾਬ ਕਿਵੇਂ ਮਿਲਦਾ ਹੈ। ਜ਼ਰਾ ਕਲਪਨਾ ਕਰੋ, ਦੋ ਬਿਲਕੁਲ ਹੀ ਵੱਖਰੇ ਸੁਭਾਅ। ਇੱਕ ਪਾਸੇ ਉਹ ਪੰਡਿਤ ਹੈ ਜੋ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੈ, ਪਰ ਉਸ ਦੇ ਹੰਕਾਰ ਅਤੇ ਰੌਲੇ ਰੱਪੇ ਨੇ ਪੂਰੇ ਪਿੰਡ ਵਾਲਿਆਂ ਨੂੰ ਡਰਾ ਕੇ ਰੱਖਿਆ ਹੋਇਆ ਹੈ। ਉਹ ਹਰ ਇੱਕ ਨੂੰ ਆਪਣੇ ਤੋਂ ਛੋਟਾ ਸਮਝਦਾ ਹੈ। ਅਤੇ ਦੂਜੇ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ, ਜੋ ਭਾਈ ਮਰਦਾਨਾ ਜੀ ਨਾਲ ਰਬਾਬ ਦੀ ਮਿੱਠੀ ਧੁਨ ਵਿੱਚ ਬਿਲਕੁਲ ਸ਼ਾਂਤ ਅਤੇ ਨਿਮਰਤਾ ਨਾਲ ਉਸ ਪਿੰਡ ਵਿੱਚ ਆਉਂਦੇ ਹਨ। ਇਹ ਸੱਚਮੁੱਚ ਦੋ ਬਿਲਕੁਲ ਵੱਖਰੀਆਂ ਵਿਚਾਰਧਾਰਾਵਾਂ ਦਾ ਸਿੱਧਾ ਟਕਰਾਓ ਸੀ। ਹੁਣ ਵੇਖੋ ਹੁੰਦਾ ਕੀ ਹੈ। ਜਿਵੇਂ ਹੀ ਗੁਰੂ ਜੀ ਪਿੰਡ ਦੇ ਬਾਹਰ ਆਉਂਦੇ ਹਨ, ਪੂਰਾ ਪਿੰਡ ਉੱਥੇ ਇਕੱਠਾ ਹੋ ਜਾਂਦਾ ਹੈ। ਮਾਹੌਲ ਵਿੱਚ ਇੱਕ ਵੱਖਰਾ ਹੀ ਖਿਚਾਏ। ਪੰਡਿਤ ਦਾ ਇਰਾਦਾ ਬਿਲਕੁਲ ਸਾਫ਼ ਸੀ। ਉਹ ਹਰ ਹਾਲ ਵਿੱਚ ਗੁਰੂ ਜੀ ਨੂੰ ਸਭ ਦੇ ਸਾਹਮਣੇ ਹਰਾ ਕੇ ਜ਼ਲੀਲ ਕਰਨਾ ਚਾਹੁੰਦਾ ਸੀ। ਉਹ ਬਸ ਆਪਣੀ ਵਿਦਵਤਾ ਦੀ ਧੌਂਸ ਜਮਾਉਣਾ ਚਾਹੁੰਦਾ ਸੀ। ਪਰ ਗੁਰੂ ਜੀ, ਉਹਨਾਂ ਦੇ ਮਨ ਵਿੱਚ ਸਿਰਫ ਤੇ ਸਿਰਫ ਸ਼ਾਂਤੀ ਸੀ। ਆਓ ਅੱਗੇ ਵਧੀਏ ਅਤੇ ਵੇਖੀਏ ਕਿ ਇਹ ਮਾਹੌਲ ਕਿਵੇਂ ਗਰਮਾਉਂਦਾ ਹੈ। ਲਓ ਜੀ, ਮੁਕਾਬਲਾ ਸ਼ੁਰੂ ਹੋ ਜਾਂਦਾ ਹੈ। ਪੰਡਿਤ ਬੜੇ ਹੀ ਹੰਕਾਰ ਨਾਲ ਆਪਣੇ ਹੱਥ ਵਿੱਚ ਇੱਕ ਛੋਟਾ ਜਿਹਾ ਸੁੱਕਾ ਪੱਥਰ ਚੁੱਕਦਾ ਹੈ ਅਤੇ ਪਹਿਲਾ ਸਵਾਲ ਦਾਗਦਾ ਹੈ। ਜੇ ਸੱਚਮੁੱਚ ਇੰਨੇ ਵੱਡੇ ਗਿਆਨੀ ਹੋ ਤਾਂ ਦੱਸੋ, ਇਸ ਪੱਥਰ ਦੇ ਅੰਦਰ ਕੀ ਹੈ? ਉਸਨੂੰ ਪੂਰਾ ਯਕੀਨ ਸੀ ਕਿ ਇਹ ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਕੋਈ ਨਹੀਂ ਦੇ ਸਕਦਾ। ਪਿੰਡ ਵਾਲੇ ਵੀ ਪੂਰੀ ਤਰ੍ਹਾਂ ਚਿੰਤਾ ਵਿੱਚ ਪੈ ਗਏ ਕਿ ਹੁਣ ਕੀ ਹੋਵੇਗਾ। ਪਰ ਗੁਰੂ ਜੀ ਦੀ ਸ਼ਾਂਤੀ ਕਮਾਲ ਦੀ ਸੀ। ਚਿਹਰੇ ਤੇ ਇੱਕ ਪਿਆਰੀ ਜਿਹੀ ਮੁਸਕਾਨ ਲਿਆ ਕੇ ਉਹਨਾਂ ਨੇ ਪੱਥਰ ਹੱਥ ਵਿੱਚ ਲਿਆ ਅਤੇ ਬੜੀ ਸਹਿਜਤਾ ਨਾਲ ਕਿਹਾ, ਇਸ ਪੱਥਰ ਦੇ ਅੰਦਰ ਪਾਣੀ ਹੈ। ਬਸ ਫੇਰ ਕੀ ਸੀ? ਪੰਡਿਤ ਉੱਚੀ-ਉੱਚੀ ਹੱਸਣ ਲੱਗ ਪਿਆ। ਉਸ ਲਈ ਇਹ ਦਾਅਵਾ ਬਿਲਕੁਲ ਮੂਰਖਤਾ ਭਰਿਆ ਅਤੇ ਅਸੰਭਵ ਸੀ। ਭਲਾ ਇੱਕ ਸੁੱਕੇ ਪੱਥਰ ਵਿੱਚੋਂ ਪਾਣੀ ਕਿਵੇਂ ਨਿਕਲ ਸਕਦਾ ਹੈ? ਫਿਰ ਜੋ ਹੋਇਆ ਉਹ ਵੇਖਣ ਵਾਲਾ ਸੀ। ਗੁਰੂ ਜੀ ਨੇ ਇੱਕ ਵੱਡਾ ਪੱਥਰ ਲਿਆ ਅਤੇ ਉਸ ਛੋਟੇ ਪੱਥਰ ਤੇ ਬੜੇ ਆਰਾਮ ਨਾਲ ਸੱਟ ਮਾਰੀ। ਜਿਵੇਂ ਹੀ ਉਹ ਛੋਟਾ ਪੱਥਰ ਟੁੱਟਿਆ, ਉਸ ਦੇ ਅੰਦਰ ਛੁਪੀ ਹੋਈ ਨਮੀ ਪਾਣੀ ਦੀਆਂ ਬੂੰਦਾਂ ਬਣ ਕੇ ਬਾਹਰ ਆ ਗਈ ਅਤੇ ਇਹ ਬਹੁਤ ਹੀ ਸ਼ਾਨਦਾਰ ਢੰਗ ਨਾਲ ਸਾਬਿਤ ਕਰਦਾ ਹੈ ਕਿ ਅਸਲੀ ਸੱਚਾਈ ਹਮੇਸ਼ਾ ਸਤ੍ਹਾ ਦੇ ਹੇਠਾਂ ਲੁਕੀ ਹੁੰਦੀ ਹੈ। ਇਹ ਸਿਰਫ ਪੱਥਰ ਨਹੀਂ ਟੁੱਟਿਆ ਸੀ, ਇਸ ਇੱਕ ਸੱਟ ਨਾਲ ਪੰਡਿਤ ਦੇ ਹੰਕਾਰ ਦੀ ਪਹਿਲੀ ਪਰਤ ਵੀ ਟੁੱਟ ਗਈ ਸੀ। ਇਸ ਜਵਾਬ ਨੇ ਪੰਡਿਤ ਨੂੰ ਅੰਦਰੋਂ ਬੁਰੀ ਤਰ੍ਹਾਂ ਹਿਲਾ ਦਿੱਤਾ। ਪਰ ਉਸਦੇ ਹੋਮਾ ਅਜੇ ਕਿੱਥੇ ਮੰਨਣ ਵਾਲੇ ਸੀ। ਉਸਨੇ ਸੋਚਿਆ ਕਿ ਭੌਤਿਕ ਚੀਜ਼ਾਂ ਦਾ ਜਵਾਬ ਤਾਂ ਮਿਲ ਗਿਆ, ਪਰ ਹੁਣ ਵਿਚਾਰਧਾਰਾ ਯਾਨੀ ਕਿ ਫਲਸਫੇ ਦੀ ਦੁਨੀਆ ਦਾ ਸਵਾਲ ਕਰਨਾ ਪਵੇਗਾ। ਹੁਣ ਉਸਨੇ ਇਸ ਚਰਚਾ ਦਾ ਪੱਧਰ ਹੋਰ ਵੀ ਉੱਚਾ ਚੁੱਕ ਦਿੱਤਾ। ਅਤੇ ਫਿਰ ਆਉਂਦਾ ਹੈ ਉਸਦਾ ਦੂਜਾ ਸਵਾਲ, ਇਸ ਦੁਨੀਆ ਵਿੱਚ ਸਭ ਤੋਂ ਵੱਡੀ ਚੀਜ਼ ਕੀ ਹੈ? ਧਨ, ਗਿਆਨ ਜਾਂ ਤਾਕਤ? ਹੁਣ ਆਪਾਂ ਜੇ ਥੋੜਾ ਰੁਕ ਕੇ ਸੋਚੀਏ, ਆਮ ਦੁਨਿਆਵੀ ਨਜ਼ਰੀਏ ਤੋਂ ਤਾਂ ਸਾਨੂੰ ਇਹੀ ਲੱਗਦਾ ਹੈ ਕਿ ਪੈਸਾ, ਪੜ੍ਹਾਈ ਜਾਂ ਪਾਵਰ ਹੀ ਸਭ ਕੁਝ ਹੈ ਨਾ? ਪੰਡਿਤ ਨੂੰ ਵੀ ਪੱਕਾ ਯਕੀਨ ਸੀ ਕਿ ਜਵਾਬ ਇਹਨਾਂ ਤਿੰਨਾਂ ਵਿੱਚੋਂ ਹੀ ਕੋਈ ਇੱਕ ਹੋਵੇਗਾ। ਪਰ ਗੁਰੂ ਜੀ ਦਾ ਜਵਾਬ ਇੱਕ ਵਾਰ ਫਿਰ ਸਭ ਦੀ ਸੋਚ ਤੋਂ ਪਰੇ ਸੀ। ਉਹਨਾਂ ਨੇ ਬੜੇ ਪਿਆਰ ਨਾਲ ਕਿਹਾ, ਇਸ ਸੰਸਾਰ ਵਿੱਚ ਸਭ ਤੋਂ ਵੱਡੀ ਚੀਜ਼ ਨਿਮਰਤਾ ਹੈ। ਇਹ ਸੁਣ ਕੇ ਪੰਡਿਤ ਬੁਰੀ ਤਰ੍ਹਾਂ ਉਲਝ ਗਿਆ। ਉਸਦੇ ਦਿਮਾਗ ਵਿੱਚ ਇਹ ਗੱਲ ਆ ਹੀ ਨਹੀਂ ਰਹੀ ਸੀ ਕਿ ਜਿਸ ਧਨ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਹੈ ਜਾਂ ਜਿਸ ਤਾਕਤ ਨਾਲ ਦੁਨੀਆ ਜਿੱਤੀ ਜਾ ਸਕਦੀ ਹੈ, ਨਿਮਰਤਾ ਉਸ ਤੋਂ ਉੱਪਰ ਕਿਵੇਂ ਹੋ ਸਕਦੀ ਹੈ। ਹੁਣ ਇਸ ਗੱਲ ਨੂੰ ਸਮਝਾਉਣ ਲਈ ਗੁਰੂ ਜੀ ਨੇ ਕੁਦਰਤ ਦੀ ਕਮਾਲ ਦੀ ਉਦਾਹਰਣ ਵਰਤੀ। ਉਹਨਾਂ ਨੇ ਇੱਕ ਫਲਦਾਰ ਰੁੱਖ ਵੱਲ ਇਸ਼ਾਰਾ ਕਰਦਿਆਂ ਦੱਸਿਆ, ਵੇਖੋ, ਜਿਸ ਟਾਹਣੀ ਤੇ ਕੋਈ ਫਲ ਨਹੀਂ ਹੁੰਦਾ ਨਾ, ਉਹ ਹੰਕਾਰ ਵਿੱਚ ਬਿਲਕੁਲ ਸਿੱਧੀ ਅਤੇ ਅਕੜ ਕੇ ਖੜੀ ਰਹਿੰਦੀ ਹੈ। ਪਰ ਜਿਵੇਂ ਹੀ ਟਾਹਣੀ ਤੇ ਫਲ ਲੱਗਦੇ ਹਨ, ਉਹ ਧਰਤੀ ਵੱਲ ਝੁਕ ਜਾਂਦੀ ਹੈ। ਬਿਲਕੁਲ ਉਸੇ ਤਰ੍ਹਾਂ ਸੱਚਾ ਗਿਆਨ ਮਨੁੱਖ ਨੂੰ ਕੁਦਰਤੀ ਤੌਰ ਤੇ ਨਿਮਰ ਬਣਾ ਦਿੰਦਾ ਹੈ। ਕਿੰਨੀ ਡੂੰਘੀ ਗੱਲ ਹੈ ਇਹ। ਰੁੱਖ ਦੀ ਇਹ ਉਦਾਹਰਣ ਸੁਣ ਕੇ ਪੰਡਿਤ ਬਹੁਤ ਡੂੰਘੀ ਸੋਚ ਵਿੱਚ ਪੈ ਗਿਆ। ਉਸਨੂੰ ਅੰਦਰੋਂ ਅੰਦਰੀ ਆਪਣੀਆਂ ਗਲਤੀਆਂ ਯਾਦ ਆਉਣ ਲੱਗ ਪਈਆਂ ਜਦੋਂ ਉਸਨੇ ਹੰਕਾਰ ਵਿੱਚ ਆ ਕੇ ਲੋਕਾਂ ਦਾ ਅਪਮਾਨ ਕੀਤਾ ਸੀ। ਪਰ ਇੱਕ ਆਖਰੀ ਸ਼ੱਕ ਅਜੇ ਵੀ ਬਾਕੀ ਸੀ।
ਉਸ ਦੇ ਅੰਦਰ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਇੱਕ ਆਖਰੀ ਸਵਾਲ ਦੀ ਲੋੜ ਸੀ। ਫਿਰ ਉਸਨੇ ਆਪਣਾ ਤੀਜਾ ਅਤੇ ਸਭ ਤੋਂ ਅਹਿਮ ਸਵਾਲ ਪੁੱਛਿਆ, ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਕੌਣ ਹੈ? ਕੀ ਸਾਨੂੰ ਬਾਹਰ ਬੈਠੇ ਦੁਸ਼ਮਣਾਂ ਤੋਂ ਡਰਨਾ ਚਾਹੀਦਾ ਹੈ ਜਾਂ ਸਾਡੇ ਅੰਦਰ ਹੀ ਕੋਈ ਦੁਸ਼ਮਣ ਛੁਪਿਆ ਹੋਇਆ ਹੈ? ਇਸ ਸਵਾਲ ਨੇ ਪੂਰੀ ਚਰਚਾ ਦਾ ਰੁਖ ਇਨਸਾਨ ਦੀ ਅੰਦਰੂਨੀ ਆਤਮਾ ਵੱਲ ਮੋੜ ਦਿੱਤਾ। ਮਾਹੌਲ ਬਿਲਕੁਲ ਸ਼ਾਂਤ ਅਤੇ ਗੰਭੀਰ ਹੋ ਗਿਆ। ਗੁਰੂ ਜੀ ਨੇ ਸਮਝਾਇਆ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਕੋਈ ਹੋਰ ਨਹੀਂ, ਬਲਕਿ ਸਾਡਾ ਆਪਣਾ ਹੰਕਾਰ ਹੈ, ਅਤੇ ਇਸ ਨੂੰ ਸਮਝਾਉਣ ਲਈ ਉਹਨਾਂ ਨੇ ਘੜੇ ਦੀ ਉਦਾਹਰਣ ਦਿੱਤੀ। ਇੱਕ ਖਾਲੀ ਘੜਾ ਬਹੁਤ ਸ਼ੋਰ ਮਚਾਉਂਦਾ ਹੈ, ਜੋ ਕਿ ਹੰਕਾਰ ਅਤੇ ਅਧੂਰੇ ਗਿਆਨ ਦੀ ਨਿਸ਼ਾਨੀ ਹੈ, ਪਰ ਜਿਹੜਾ ਘੜਾ ਪਾਣੀ ਨਾਲ ਪੂਰਾ ਭਰਿਆ ਹੁੰਦਾ ਹੈ, ਉਹ ਬਿਲਕੁਲ ਸ਼ਾਂਤ ਰਹਿੰਦਾ ਹੈ। ਉਹ ਸੱਚੇ ਗਿਆਨ ਅਤੇ ਨਿਮਰਤਾ ਦਾ ਪ੍ਰਤੀਕ ਹੈ। ਸੋ ਸਭ ਤੋਂ ਜ਼ਰੂਰੀ ਨੁਕਤਾ ਇਹੀ ਹੈ ਕਿ ਆਪਾਂ ਅਕਸਰ ਦੁਸ਼ਮਣ ਬਾਹਰ ਲੱਭਦੇ ਹਾਂ, ਪਰ ਅਸਲ ਵਿੱਚ ਸਾਡੀ ਆਪਣੀ ਹਉਮੈ ਸਾਡੀ ਸਭ ਤੋਂ ਵੱਡੀ ਦੁਸ਼ਮਣ ਹੈ। ਘੜੇ ਦੀ ਇਹ ਗੱਲ ਸਿੱਧੀ ਪੰਡਿਤ ਦੇ ਦਿਲ ਨੂੰ ਚੀਰ ਗਈ। ਖਾਲੀ ਘੜੇ ਦੀ ਆਵਾਜ਼ ਨੇ ਉਸਨੂੰ ਅਹਿਸਾਸ ਕਰਵਾਇਆ ਕਿ ਮੈਂ ਵੀ ਤਾਂ ਉਮਰ ਪਰ ਉਸ ਖਾਲੀ ਘੜੇ ਵਾਂਗੀ ਰੋਲਾ ਪਾਉਂਦਾ ਰਿਹਾ ਹਾਂ। ਉਸ ਦੀਆਂ ਅੱਖਾਂ ਸਾਹਮਣੇ ਉਹ ਸਾਰੇ ਲੋਕ ਆ ਗਏ ਜਿਨ੍ਹਾਂ ਨੂੰ ਉਸਨੇ ਆਪਣੀ ਵਿਦਵਤਾ ਦੇ ਨਾਮ ਤੇ ਜ਼ਲੀਲ ਕੀਤਾ ਸੀ, ਅਤੇ ਉਸੇ ਪਲ ਉਸ ਦੀ ਉਮਰ ਭਰ ਦੀ ਕੱਚੀ ਕੀਤੀ ਹੋਈ ਹਉਮੈ, ਉਸ ਦਾ ਸਾਰਾ ਅਭਿਮਾਨ ਹੰਝੂਆਂ ਦੇ ਰੂਪ ਵਿੱਚ ਵਹਿ ਤੁਰਿਆ। ਜਦੋਂ ਹੰਕਾਰ ਪੂਰੀ ਤਰ੍ਹਾਂ ਟੁੱਟ ਗਿਆ ਤਾਂ ਉਹ ਪੰਡਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਉਸ ਦੇ ਮੂੰਹੋਂ ਨਿਕਲੇ ਇਹ ਸ਼ਬਦ ਸੱਚਮੁੱਚ ਬਹੁਤ ਹੀ ਡੂੰਘੇ ਸਨ। ਮੈਨੂੰ ਮੁਆਫ ਕਰ ਦਿਓ, ਅੱਜ ਮੈਨੂੰ ਅਸਲ ਵਿੱਚ ਸਮਝ ਆ ਗਿਆ ਹੈ ਕਿ ਸੱਚਾ ਗਿਆਨ ਉਹ ਹੈ ਜੋ ਇਨਸਾਨ ਨੂੰ ਨਮਰ ਬਣਾਉਂਦਾ ਹੈ। ਇਹ ਉਹ ਖਾਸ ਪਲ ਸੀ ਜਦੋਂ ਗਿਆਨ ਦਾ ਅਸਲੀ ਮਕਸਦ ਪੂਰਾ ਹੋਇਆ। ਇਹ ਸਿਰਫ ਵਿਚਾਰਾਂ ਦੀ ਜਿੱਤ ਨਹੀਂ ਸੀ, ਇਹ ਤਾਂ ਇੱਕ ਇਨਸਾਨ ਦਾ ਮੁਕੰਮਲ ਬਦਲਾਅ ਸੀ, ਅਤੇ ਇਹ ਬਦਲਾ ਸਾਫ਼ ਦਿਖਾਈ ਦੇ ਰਿਹਾ ਸੀ। ਉਹ ਰੌਲਾ ਪਾਉਣ ਵਾਲਾ ਹੰਕਾਰੀ ਪੰਡਿਤ ਹੁਣ ਬਿਲਕੁਲ ਸ਼ਾਂਤ ਹੋ ਚੁੱਕਾ ਸੀ। ਜੋ ਕਦੇ ਲੋਕਾਂ ਦਾ ਅਪਮਾਨ ਕਰਦਾ ਸੀ, ਹੁਣ ਉਹਨਾਂ ਦੀ ਸੇਵਾ ਕਰਨ ਲੱਗ ਪਿਆ। ਉਸ ਨੂੰ ਸਮਝ ਆ ਗਈ ਸੀ ਕਿ ਗਿਆਨ ਦਾ ਅਸਲ ਕੰਮ ਦੂਜਿਆਂ ਨੂੰ ਹਰਾਉਣਾ ਨਹੀਂ, ਸਗੋਂ ਲੋਕਾਂ ਦੇ ਜ਼ਖਮਾਂ ਤੇ ਮੱਲਮ ਲਾਉਣਾ ਹੈ। ਸੋ ਇਸ ਪੂਰੇ ਵਿਸ਼ਲੇਸ਼ਣ ਦਾ ਅਸਲ ਨਿਚੋੜ ਕੀ ਨਿਕਲਦਾ ਹੈ? ਬਿਲਕੁਲ ਸਾਫ਼ ਹੈ। ਹੰਕਾਰ ਸਾਡੇ ਸਿੱਖਣ ਦੀ ਪ੍ਰਕਿਰਿਆ ਦਾ ਅੰਤ ਕਰ ਦਿੰਦਾ ਹੈ। ਜਿੰਨਾ ਚਿਰ ਸਾਡੇ ਅੰਦਰ ਮੈਂ ਭਰੀ ਹੋਈ ਹੈ, ਕੋਈ ਨਵੀਂ ਚੀਜ਼ ਅੰਦਰ ਜਾ ਹੀ ਨਹੀਂ ਸਕਦੀ। ਨਿਮਰਤਾ ਹੀ ਉਹ ਇਕਲੌਤੀ ਚਾਬੀ ਹੈ ਜੋ ਸੱਚੀ ਸਿਆਣਪ ਦੇ ਦਰਵਾਜ਼ੇ ਖੋਲ੍ਹਦੀ ਹੈ। ਜਦੋਂ ਹੰਕਾਰ ਛੱਡਿਆ ਜਾਂਦਾ ਹੈ ਤਾਂ ਹੀ ਅਸੀਂ ਅਸਲ ਵਿੱਚ ਆਪਣੇ ਆਪ ਨੂੰ ਲੱਭ ਪਾਉਂਦੇ ਹਾਂ। ਇਸ ਸਾਰੀ ਵਿਚਾਰ ਚਰਚਾ ਤੋਂ ਬਾਅਦ ਹੁਣ ਇੱਕ ਬਹੁਤ ਹੀ ਅਹਿਮ ਸਵਾਲ ਪੈਦਾ ਹੁੰਦਾ ਹੈ। ਆਪਾਂ ਸਾਰਿਆਂ ਨੂੰ ਆਪਣੇ ਆਲੇ-ਦੁਆਲੇ ਅਤੇ ਖਾਸ ਕਰਕੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੈ। ਕੀ ਸਾਡਾ ਵਿਵਹਾਰ ਉਸ ਖਾਲੀ ਰੌਲਾ ਪਾਉਣ ਵਾਲੇ ਖੜੇ ਵਰਗਾ ਹੈ, ਜਾਂ ਫਿਰ ਉਸ ਪਾਣੀ ਨਾਲ ਭਰੇ ਸ਼ਾਂਤ ਅਤੇ ਨਿਮਰ ਖੜੇ ਵਰਗਾ? ਇੱਕ ਅਜਿਹਾ ਸਵਾਲ ਹੈ ਜਿਸ ਦਾ ਜਵਾਬ ਆਪਾਂ ਸਾਰਿਆਂ ਨੂੰ ਆਪਣੀ ਆਪਣੀ ਸੋਚ ਦੇ ਅੰਦਰੋਂ ਹੀ ਲੱਭਣਾ ਪਵੇਗਾ।